कौन सी मारूथल दा शेर उमर अल मुख्तार। मुख्तार ने मुट्ठी भर साथियों के नाल किवें इटली की सरकार की गोडनी लवाई। अठारहवीं सदी के सिख संघर्ष ਅਤੇ ਖਾੜਕੂ लहर दीयां की समानतावां बनदियां ने लीबिया के जुझारूआं दे नाल। इतिहास ते अज दे एपीसोड दे विच इहियो दस्सांगे। ये सारी जानकारी असीं एडवोकेट जसपाल सिंह मंझपुर दे एक आर्टिकल तो साझी कर रहे हैं। ये आर्टिकल उन्होंने फिल्म लायन ऑफ द डेजर्ट के उत्ते लिखिया सी। ये फिल्म उमर अल मुख्तार के संघर्षी जीवन ते आधारित है। आओ जी शुरू करिए गाथा उमर अल मुख्तार दी। वाहिगुरू जी का खालसा वाहिगुरू जी की फतेह। मैं हाँ गुरतेज सिंह, तुसी देख रहे हो कौमी आवाज़। अणख ते इज्जत लई संघर्ष करन वालियां दे विच बहुत सारियां साझां हुंदियां ने। उन्हां विच निशानिਆਂ प्रति तनदेही, कुर्बानी दा जज्बा, संघर्ष दीयां नीतियां, आदर्शक जीवन, नैतिक कदरां कीमतां ते होर बहुत कुछ साझा हुंदा है। सिख लहरां दी एक अजिही सांझ बनदी आ लीबिया दे संघर्षशील योधे उमर अल मुख्तार दे नाल। उमर अल मुख्तार 1858 ईस्वी दे विच अफ्रीकी महाद्वीप दे अजोके लीबिया दे सिरेनायक दे विच तुबरक दे नज़दीक पिंड जंजीर दे मनीफा कबीले दे विच पैदा हुंदे आ। उन्हां दे माता पिता उन्हां दे छोटे हुंदियां ही इस संसार तो चल वसते आ। उमर ने अपना बचपन बड़े बिखड़े पिंडां दे राहीं होके जीविया अते वड्डा होके वो अध्यापक बनिया ते मदरसे दे विच बच्चिआं नूं पढ़ाउण लग गया। बच्चिआं नूं पढ़ाउंदा होया जिंदगी दे गुज्जे भेद समझाउंदा ते संघर्ष दे लई तैयार करदा। उमर ने 1911 तो लैके 1931 तक 20 साल इटली के तानाशाह राज के विरुद्ध अपना संघर्ष चलाया ते अंत नूं 16 सितंबर 1931 नूं वो फांसी के उत्ते चाड़ दिता गया। 10 फरवरी 1947 नूं इटली वाले लीबिया नूं छड्ड के भज गए ते लंबे संघर्ष तो बाद यूएनओ तो मानता मिलण तो उपरंत 24 दसंबर 1951 नूं लीबिया ने अपने आप नूं आज़ाद देश यूनाइटेड किंगडम ऑफ लीबिया ऐलान दिता। उमर उल मुख्तार फिल्म दे विच जो सांझां सिख संघर्ष दे नाल प्रतीत होईयां ने वो असीं दर्शकां दे नाल सांझियां कर रहे हैं। पहली है गुरीला जंग। उमर मुख्तार वल्लों अपने थोड़े जे जुझारूआं दे नाल इतालवी फौजां दा मुकाबला कीता जांदा है अते जदों गुरीला जंग द्वारा दुश्मनां नूं भांज दिंदा है ਤਾਂ ਇੰਜ ਲੱਗਦਾ ਹੈ कि 18ਵੀਂ सदी ਦੇ ਵਿੱਚ ਖਾਲਸੇ ਨੇ ਵੀ ਇੰਜ ਹੀ ਅਹਿਮਦ ਸ਼ਾਹ ਅਬਦਾਲੀ ਤੇ ਹੋਰਨਾਂ ਨੂੰ ਸੋਧਿਆ ਹੋਵੇਗਾ। ਉਮਰ ਅਲ ਮੁਖਤਾਰ ਦੀਆਂ ਜੰਗੀ ਨੀਤੀਆਂ ਤੇ ਸਹਿਜ ਅਵਸਥਾ ਦੇਖਣ ਵਾਲੇ ਨੂੰ ਹੈਰਾਨ ਕਰ ਦਿੰਦੀ ਹੈ ਅਤੇ ਇੱਥੇ ਖਾਸ ਜ਼ਿਕਰ ਮੁਸੋਲਿਨੀ ਦੇ ਰੋਨਾਲਡੋ ਗਾਜ਼ੀਆਨੀ ਦਾ ਕਰਨਾ ਚਾਹੁੰਦੇ ਹਾਂ, ਜਿਹੜਾ ਕਿ ਫੈਜ਼ਾਨ ਦੇ ਬੁੱਚੜ ਦੇ ਨਾਮ ਦੇ ਨਾਲ ਮਸ਼ਹੂਰ ਸੀ। ਉਮਰ ਅਲ ਮੁਖਤਾਰ ਦੇ ਨਾਲ ਗੱਲ ਕਰਨ ਵੇਲੇ ਉਸ ਦੀ ਜੀਭ ਵੀ ਦੰਦਾਂ ਥੱਲੇ ਆ ਜਾਂਦੀ ਹੈ। ਦੂਜੀ ਸਾਂਝ ਸੀ ਨੈਤਿਕ ਕਦਰਾਂ ਕੀਮਤਾਂ ਦੀ। ਕਿਸੇ ਸੰਘਰਸ਼ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਬਣਾਈ ਰੱਖਣਾ ਬੜਾ ਲਾਜ਼ਮੀ ਪਰ ਬਹੁਤ ਔਖਾ ਹੁੰਦਾ ਹੈ। ਖਾਲਸਾ ਪੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰਹਿਤ ਬਖਸ਼ੀ ਤੇ ਜੰਗੀ ਸਮੇਂ ਦੇ ਦੌਰਾਨ ਵੀ ਕਦਰਾਂ ਕੀਮਤਾਂ ਬਣਾਈ ਰੱਖਣ ਦੀ ਸਖਤ ਹਦਾਇਤ ਕੀਤੀ। ਜਿਵੇਂ ਕਿ ਕਾਜੀ ਨੂਰ ਮੁਹੰਮਦ ਵੀ ਆਪਣੀਆਂ ਲਿਖਤਾਂ ਦੇ ਵਿੱਚ ਲਿਖਦਾ ਹੈ ਕਿ ਖਾਲਸਾ ਕਿਸੇ ਵੀ ਭੱਜੇ ਜਾਂਦੇ ਦੇ ਉੱਤੇ ਵਾਰ ਨਹੀਂ ਕਰਦਾ ਅਤੇ ਦੁਸ਼ਮਣ ਦੀ ਬਹੂ ਬੇਟੀ ਦਾ ਆਪਣੀ ਮਾਂ ਭੈਣ ਧੀ ਵਾਂਗ ਹੀ ਸਤਿਕਾਰ ਕਰਦਾ ਹੈ। ਇਸੇ ਤਰ੍ਹਾਂ ਹੀ ਪਿਛਲੇ ਸਮੇਂ ਦੇ ਦੌਰਾਨ ਚੱਲੇ ਸਿੱਖ ਸੰਘਰਸ਼ ਦੇ ਵਿੱਚ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਅਤੇ ਹੋਰਨਾਂ ਅਨੇਕਾਂ ਜੁਝਾਰੂਆਂ ਦੇ ਉੱਚ ਚਰਿੱਤਰ ਦੀਆਂ ਗਥਾਵਾਂ ਸੁਣਨ ਨੂੰ ਮਿਲਦੀਆਂ ਨੇ। ਉਮਰ ਮੁਖਤਾਰ ਜਦੋਂ ਇੱਕ ਥਾਂ ਇਤਾਲਵੀ ਫੌਜੀਆਂ ਨੂੰ ਸੋਧਦਾ ਹੈ ਤੇ ਉਸ ਸਮੇਂ ਜੰਗ ਤੋਂ ਬਾਅਦ ਇੱਕ ਮੁਸ਼ਫਟ ਫੌਜੀ ਅਫਸਰ ਬਚ ਜਾਂਦਾ ਹੈ ਅਤੇ ਨਿਹੱਥਾ ਹੋ ਜਾਂਦਾ ਹੈ। ਜਦੋਂ ਉਮਰ ਮੁਖਤਾਰ ਦਾ ਇੱਕ ਸਾਥੀ ਇੱਕ ਅਲੜ ਫੌਜੀ ਨੂੰ ਮਾਰਨ ਲੱਗਦਾ ਹੈ
ਅਤੇ ਫੌਜੀ ਦੀ ਗੱਡੀ ਦੇ ਉੱਤੇ ਲੱਗਾ ਇਤਾਲਵੀ ਝੰਡਾ ਪਾੜਨ ਲੱਗਦਾ ਹੈ, ਪਰ ਉਮਰ ਮੁਖਤਾਰ ਉਸ ਨੂੰ ਰੋਕ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਅਸੀਂ ਨਿਹੱਥਿਆਂ ਦੇ ਉੱਤੇ ਗੋਲੀ ਨਹੀਂ ਚਲਾਉਣੀ ਅਤੇ ਕਿਸੇ ਦੇ ਝੰਡੇ ਦੀ ਬੇਅਦਬੀ ਨਹੀਂ ਕਰਨੀ। ਤਾਂ ਜੁਝਾਰੂ ਕਹਿੰਦੇ ਨੇ ਕਿ ਇਹ ਇਟਾਲੀਅਨ ਸਾਡੇ ਨਾਲ ਇਸ ਤਰ੍ਹਾਂ ਹੀ ਕਰਦੇ ਨੇ। ਤਾਂ ਉਮਰ ਮੁਖਤਾਰ ਜੋ ਉੱਥੇ ਕਹਿੰਦਾ ਉਹ ਬਹੁਤ ਅਹਿਮ ਗੱਲ ਹੁੰਦੀ ਹੈ। ਉਹ ਕਹਿੰਦਾ ਹੈ ਕਿ ਇਹ ਸਾਡੇ ਅਧਿਆਪਕ ਨਹੀਂ ਨੇ ਕਿ ਅਸੀਂ ਉਹਨਾਂ ਤੋਂ ਸਿੱਖੀਏ। ਇਹ ਵਾਕ ਦਿਲ ਨੂੰ ਧੂ ਪਾਉਂਦਾ ਹੈ ਤੇ ਇਤਿਹਾਸ ਦੇ ਵਿਚਲੇ ਉਸ ਵਾਕੇ ਨੂੰ ਯਾਦ ਕਰਾਉਂਦਾ ਹੈ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਡੱਲੇ ਨੇ ਦਸ਼ਮੇਸ਼ ਪਿਤਾ ਨੂੰ ਸਵਾਲ ਕੀਤਾ ਸੀ ਕਿ ਜਦੋਂ ਮੁਗਲ ਸਾਡੀਆਂ ਔਰਤਾਂ ਬੱਚਿਆਂ ਨਾਲ ਵਧੀਕੀਆਂ ਕਰਦੇ ਨੇ ਤੇ ਅਸੀਂ ਕਿਉਂ ਨਾ ਕਰੀਏ। ਤਾਂ ਗੁਰੂ ਸਾਹਿਬ ਨੇ ਜਵਾਬ ਦਿੱਤਾ ਸੀ, ਮੋਹ ਨੀਚਨ ਕੀ ਰੀਸ ਨਾਹੀਂ। ਤੇ ਵਰਤਮਾਨ ਇਤਿਹਾਸ ਦੇ ਵਿੱਚ ਜੂਨ ਤੇ ਨਵੰਬਰ 1984 ਦੇ ਵਿੱਚ ਸਿੱਖਾਂ ਦੀ ਕੀਤੀ ਬੇਪੱਤੀ ਦਾ ਬਦਲਾ ਸਿੱਖਾਂ ਨੇ ਗਲਤ ਢੰਗ ਨਾਲ ਨਹੀਂ ਸਗੋਂ ਨੈਤਿਕ ਕਦਰਾਂ ਕੀਮਤਾਂ ਦੀ ਰੋਸ਼ਨੀ ਦੇ ਵਿੱਚ ਹੀ ਲਿਆ ਸੀ। ਕੌਮ ਨੂੰ ਭਾਰਤੀ ਝੰਡਾ ਸਾੜਨ ਦੇ ਨਾਲੋਂ ਵੱਧ ਤਰਜੀਹ ਖਾਲਸਾਈ ਨਿਸ਼ਾਨ ਨੂੰ ਦਿੱਲੀ ਦੇ ਲਾਲ ਕਿਲੇ ਉੱਤੇ ਚਲਾਉਣ ਬਾਰੇ ਸੰਘਰਸ਼ ਕਰਨ ਦੀ ਬਣਦੀ ਹੈ। ਸਰਕਾਰੀ ਜ਼ਬਰ। ਮੁਸੋਲਿਨੀ ਦੀਆਂ ਫੌਜਾਂ ਵੱਲੋਂ ਉਮਰ ਮੁਖਤਾਰ ਦੇ ਸਮਰਥਕਾਂ ਦੇ ਨਾਲ ਕੀਤਾ ਜ਼ਬਰ ਦੇਖ ਕੇ ਲੱਗਾ ਕਿ ਜਿਵੇਂ ਸਾਰਾ ਕੁਝ ਸਾਡੇ ਨਾਲ ਵੀ ਇਸੇ ਤਰ੍ਹਾਂ ਹੋਇਆ ਹੋਵੇ। ਜਦੋਂ ਮੁਸੋਲਿਨੀ ਵੱਲੋਂ ਉਮਰ ਮੁਖਤਾਰ ਨੂੰ ਖਤਮ ਕਰਨ ਲਈ ਕਈ ਜਨਰਲ ਭੇਜੇ ਗਏ ਤਾਂ ਉਹ ਹਾਰਾਂ ਖਾ ਖਾ ਕੇ ਮਰ ਖਪ ਗਏ ਅਤੇ ਅੰਤ ਦੇ ਵਿੱਚ ਮੁਸੋਲਿਨੀ ਨੇ ਫੈਜ਼ਾਨ ਦੇ ਬੁੱਚੜ ਦੇ ਨਾਮ ਦੇ ਨਾਲ ਮਸ਼ਹੂਰ ਜਨਰਲ ਰੋਆਲਡੋ ਗਾਜ਼ਾਨੀ ਨੂੰ ਸੰਘਰਸ਼ ਨੂੰ ਕੁਚਲਣ ਦੇ ਲਈ ਭੇਜਿਆ, ਜਿਸ ਨੂੰ ਕਿ ਆਪਣੀ ਨਿਯੁਕਤੀ ਵਾਲੇ ਦਿਨ ਤੋਂ ਹੀ ਵੱਡੇ ਨੁਕਸਾਨ ਝੱਲਣੇ ਪੈਂਦੇ ਨੇ। ਉਸ ਉਪਰੰਤ ਉਸੇ ਹੀ ਤਰ੍ਹਾਂ ਦੀ ਉਹ ਨੀਤੀ ਲਾਗੂ ਕਰਦਾ ਹੈ ਜਿਸ ਤਰ੍ਹਾਂ ਹਰ ਜ਼ਾਲਮ ਸਰਕਾਰ ਆਪਣੇ ਬਾਗੀਆਂ ਦੇ ਪ੍ਰਤੀ ਅਪਣਾਉਂਦੀ ਹੈ। ਉਹ ਉਹਨਾਂ ਲੋਕਾਂ ਉੱਤੇ ਜ਼ੁਲਮਾਂ ਦੇ ਦੌਰ ਚਲਾਉਂਦਾ ਹੈ ਜੋ ਉਮਰ ਮੁਖਤਾਰ ਅਤੇ ਉਸਦੇ ਸਾਥੀ ਜੁਝਾਰੂਆਂ ਨੂੰ ਅੰਨ ਪਾਣੀ ਤੇ ਆਸਰਾ ਦਿੰਦੇ ਨੇ। ਇਹ ਜ਼ੁਲਮੀ ਦੌਰ ਨੂੰ ਦੇਖਦਿਆਂ ਲੱਗਦਾ ਹੈ ਕਿ ਭਾਰਤ ਸਰਕਾਰ ਵੱਲੋਂ ਵੀ ਸਿੱਖ ਸੰਘਰਸ਼ ਨੂੰ ਕੁਚਲਣ ਲਈ ਅਜਿਹੀਆਂ ਹੀ ਘਟੀਆਂ ਨੀਤੀਆਂ ਅਪਣਾਈਆਂ ਗਈਆਂ, ਜਿਨ੍ਹਾਂ ਦਾ ਕਾਫੀ ਵਿਸਥਾਰ ਦੇ ਵਿੱਚ ਵਰਣਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੇ ਫਾਂਸੀ ਦਾ ਰੱਸਾ ਚੁੰਮਣ ਤੋਂ ਪਹਿਲਾਂ ਭਾਰਤ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਕੀਤਾ ਸੀ। ਜਿਵੇਂ ਕਿ ਧੀਆਂ ਭੈਣਾਂ ਦੀ ਬੇਪਤੀ, ਘਰਾਂ ਦਾ ਉਜਾੜਾ, ਅਨਾਜ ਤੇ ਖੇਤਾਂ ਨੂੰ ਅੱਗਾਂ, ਪਾਣੀ ਤੇ ਖੂਹਾਂ ਦੇ ਵਿੱਚ ਸੀਮੈਂਟ ਭਰਨਾ ਆਦਿ ਸਭ ਤੋਂ ਵੱਧ ਕੇ ਨੌਜਵਾਨਾਂ ਨੂੰ ਲਾਈਨਾਂ ਦੇ ਵਿੱਚ ਖੜੇ ਕਰਕੇ ਗੋਲੀਆਂ ਮਾਰਨੀਆਂ, ਤਸ਼ੱਦਦ ਕਰਨਾ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਸ਼ਾਮਲ ਸੀ। ਇਸ ਫਿਲਮ ਦੇ ਵਿੱਚ ਜਨਰਲ ਗਜਿਆਨੀ ਜਦੋਂ ਕਹਿੰਦਾ ਹੈ ਕਿ ਸਾਡੀ ਜੰਗ ਉਮਰ ਮੁਖਤਾਰ ਜਾਂ ਉਸ ਦੇ 200 ਸਾਥੀਆਂ ਨਾਲ ਨਹੀਂ ਸਗੋਂ ਪੂਰੀ ਵਸੋਂ ਦੇ ਨਾਲ ਹੈ, ਸਪਸ਼ਟ ਹੁੰਦਾ ਹੈ ਕਿ ਜ਼ਾਲਮ ਲਈ ਬਾਗੀਆਂ ਦੇ ਨਾਲ ਉਹਨਾਂ ਨੂੰ ਸਹਾਰਾ ਦੇਣ ਵਾਲੇ ਵੀ ਉਨੇ ਹੀ ਦੋਸ਼ੀ ਹੁੰਦੇ ਹਨ। ਜਿਵੇਂ ਕਿ ਸਿੱਖ ਇਤਿਹਾਸ ਗਵਾਹ ਹੈ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਉਣ ਵਾਲੇ ਭਾਈ ਮੋਤੀ ਰਾਮ ਮਹਿਰਾ ਜੀ ਨੂੰ ਪਰਿਵਾਰ ਸਮੇਤ ਕੋਲੂ ਦੇ ਵਿੱਚ ਭੀੜ ਦਿੱਤਾ ਗਿਆ ਸੀ। ਅਗਲਾ ਨੁਕਤਾ ਹੈ ਲੋਕ ਹਮਾਇਤ। ਉਮਰ ਮੁਖਤਾਰ ਦੀ ਦ੍ਰਿੜਤਾ, ਹੌਸਲੇ ਅਤੇ ਲੰਮੇ ਸੰਘਰਸ਼ ਦੀ ਵਡਿਆਈ ਉਸ ਤੇ ਲੋਕਾਂ ਨੂੰ ਜਾਂਦੀ ਹੈ, ਕਿਉਂਕਿ ਕਿਸੇ ਵੀ ਸੰਘਰਸ਼ ਨੂੰ ਕਰਨ ਲਈ ਉੱਥੋਂ ਦੇ ਵਾਸੀ ਕਿੰਨੇ ਕੁ ਤਿਆਰ ਨੇ, ਇਹ ਗੱਲ ਸੰਘਰਸ਼ ਦੇ ਸਮੇਂ ਨੂੰ ਤੈਅ ਕਰਦੀ ਹੈ। ਉਮਰ ਮੁਖਤਾਰ ਦਾ ਸਾਥ ਉਸ ਦੇ ਲੋਕਾਂ ਨੇ ਬਹੁਤ ਜ਼ਿਆਦਾ ਦਿੱਤਾ। ਲੋਕ ਮਰਨਾ ਤਾਂ ਪ੍ਰਵਾਨ ਕਰ ਲੈਂਦੇ ਸਨ, ਪਰ ਕੋਈ ਵੀ ਵਿਅਕਤੀ ਉਸ ਦੀ ਸੂਹ ਫੌਜਾਂ ਨੂੰ ਨਹੀਂ ਸੀ ਦਿੰਦਾ, ਭਾਵ ਕਿ ਇਤਾਲਵੀ ਫੌਜਾਂ ਨੂੰ ਕੁਝ ਨਹੀਂ ਸੀ ਦੱਸਦਾ। ਜਦੋਂ ਜ਼ਾਲਮ ਜਨਰਲ ਗਾਜ਼ੀਆਨੀ ਲੱਖਾਂ ਲੋਕਾਂ ਨੂੰ ਘਰੋਂ ਬੇਘਰ ਕਰਕੇ ਕੈਂਪ ਦੇ ਵਿੱਚ ਲੈ ਆਉਂਦਾ ਹੈ, ਬੱਚੇ, ਬੁੱਢੇ, ਔਰਤਾਂ ਬਿਮਾਰੀ ਦੀ ਹਾਲਤ ਵਿੱਚ ਰਹਿੰਦੀਆਂ ਨੇ ਅਤੇ ਅਤ ਘਟੀਆ ਹਾਲਤਾਂ ਦੇ ਬਾਵਜੂਦ ਵੀ ਆਪਣੀ ਰੋਟੀ ਦੇ ਵਿੱਚੋਂ ਕੁਝ ਹਿੱਸਾ ਉਮਰ ਮੁਖਤਾਰ ਤੇ ਉਸ ਦੇ ਸਾਥੀਆਂ ਦੇ ਲਈ ਕੱਢਦੇ ਨੇ, ਭਾਵੇਂ ਕਿ ਇਸ ਦੇ ਬਦਲੇ ਉਹਨਾਂ ਨੂੰ ਫਾਂਸੀ ਵੀ ਚੜ੍ਹਨਾ ਪੈਂਦਾ ਹੈ, ਜਿਹਾ ਕਿ ਅਲੀ ਦੀ ਮਾਂ ਨੂੰ ਵੀ ਫਾਂਸੀ ਚੜ੍ਹਾ ਦਿੱਤਾ ਜਾਂਦਾ ਹੈ। ਅਲੀ ਇਸ ਫਿਲਮ ਦੇ ਵਿੱਚ ਇੱਕ ਨਿੱਕਾ ਬੱਚਾ ਹੁੰਦਾ ਹੈ। ਅਗਲਾ ਨੁਕਤਾ ਹੈ ਸੰਘਰਸ਼ ਅੱਬਲ। ਐਡਵੋਕੇਟ ਮੰਜਪੁਰ ਲਿਖਦੇ ਨੇ ਕਿ ਇਤਿਹਾਸ, ਸਿਆਸਤ ਤੇ ਕਾਨੂੰਨ ਦਾ ਵਿਦਿਆਰਥੀ ਹੋਣ ਦੇ ਨਾਂ ਤੇ ਮੈਂ ਇਹ ਸਮਝਦਾ ਹਾਂ ਕਿ ਜਦੋਂ ਸਰਕਾਰ ਖਿਲਾਫ ਹਥਿਆਰਬੰਦ ਸੰਘਰਸ਼ ਚੱਲਦਾ ਹੈ
ਤਾਂ ਕਈ ਵੱਡੇ ਝਟਕਿਆਂ ਤੋਂ ਬਾਅਦ ਸਰਕਾਰਾਂ ਟੇਬਲ ਉੱਤੇ ਗੱਲ ਮੁਕਾਉਣ ਦੇ ਲਈ ਆ ਜਾਂਦੀਆਂ ਨੇ ਅਤੇ ਸਿਧਾਂਤ ਮੁਤਾਬਕ ਕਿਸੇ ਵੀ ਦੋ ਧਿਰੀ ਸੰਧੀ ਵਿੱਚ ਇੱਕ ਅਸਵਾਰ ਹੁੰਦਾ ਏ ਤੇ ਇੱਕ ਘੋੜਾ ਹੁੰਦਾ ਏ। ਧਰਮ ਯੁੱਧ ਮੋਰਚੇ ਨੇ ਭਾਰਤ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਸੀ, ਪਰ ਟੇਬਲ ਉੱਤੇ ਗੱਲਬਾਤ ਕਰਨ ਵਾਲਿਆਂ ਨੇ ਕੌਮੀ ਹਿੱਤਾਂ ਦੀ ਥਾਂ ਆਪਣੇ ਨਿੱਜ ਨੂੰ ਅੱਗੇ ਰੱਖ ਲਿਆ ਸੀ। ਟੇਬਲ ਟਾਕ ਦੇ ਵਿੱਚ ਮੁਹਾਰਤ ਉਮਰ ਮੁਖਤਾਰ ਵਿੱਚ ਦੇਖਣ ਨੂੰ ਮਿਲੀ। ਜਦੋਂ ਉਮਰ ਮੁਖਤਾਰ ਨੇ ਇਤਾਲਵੀ ਫੌਜਾਂ ਨੂੰ ਧੂੜਾਂ ਚਟਾ ਦਿੱਤੀਆਂ, ਜਨਰਲ ਗਾਜ਼ੀਆਨੀ ਨੂੰ ਸਮੁੰਦਰੀ ਜਹਾਜ਼ਾਂ ਰਾਹੀਂ ਤੋਪਾਂ ਟੈਂਕਾਂ ਮੰਗਵਾਉਣ ਲਈ ਸਮਾਂ ਚਾਹੀਦਾ ਸੀ, ਤਾਂ ਉਸਨੇ ਗੱਲਬਾਤ ਦੀ ਪੇਸ਼ਕਸ਼ ਕੀਤੀ। ਭਾਵੇਂ ਕਿ ਜ਼ਾਲਮ ਤੇ ਬਦਨੀਤੀ ਵਾਲਿਆਂ ਨਾਲ ਗੱਲਬਾਤ ਸਿਰੇ ਤਾਂ ਨਹੀਂ ਚੜੀ, ਪਰ ਜਿਸ ਤਰ੍ਹਾਂ ਉਮਰ ਮੁਖਤਾਰ ਵੱਲੋਂ ਆਪਣਾ ਕੇਸ ਤੇ ਅਹਿਮ ਹੱਕ ਦੁਸ਼ਮਣ ਦੇ ਸਾਹਮਣੇ ਰੱਖੇ ਜਾਂਦੇ ਨੇ, ਉਹ ਬਹੁਤ ਹੀ ਅਹਿਮ ਤੇ ਕਾਬਲੇ ਤਾਰੀਫ ਨੇ। ਉਹਨਾਂ ਵੱਲੋਂ ਸਭ ਤੋਂ ਪਹਿਲੀ ਮੰਗ ਇਹ ਕੀਤੀ ਜਾਂਦੀ ਹੈ ਕਿ ਮਦਰਸੇ ਚਲਾਉਣ ਦਾ ਹੱਕ ਸਾਨੂੰ ਹੋਣਾ ਚਾਹੀਦਾ ਹੈ, ਕਿਉਂਕਿ ਹਰ ਸਿਆਣਾ ਆਗੂ ਜਾਣਦਾ ਹੈ ਕਿ ਜਿੰਨਾ ਚਿਰ ਸਿੱਖਿਆ ਦੇ ਪ੍ਰਬੰਧ ਦੀ ਵਾਗਡੋਰ ਆਪਣੇ ਹੱਥ ਵਿੱਚ ਹੈ ਤਾਂ ਸੰਘਰਸ਼ ਨੂੰ ਜਿੰਨਾ ਚਿਰ ਮਰਜ਼ੀ ਚਲਾਇਆ ਜਾ ਸਕਦਾ ਹੈ। ਸੰਘਰਸ਼ ਦੀ ਵਾਗਡੋਰ ਵੀ ਅਗਲੀ ਪੀੜ੍ਹੀ ਦੇ ਹੱਥਾਂ ਦੇ ਵਿੱਚ ਸੰਭਾਲੀ ਜਾ ਸਕਦੀ ਹੈ। ਅਗਲਾ ਨੁਕਤਾ ਹੈ ਸੰਘਰਸ਼ ਦੇ ਵਾਰਿਸ। ਕਿਸੇ ਵੀ ਸੰਘਰਸ਼ ਵਿੱਚ ਲਗਾਤਾਰਤਾ ਬਣਾਈ ਰੱਖਣ ਦੇ ਲਈ ਉਸ ਦੇ ਵਾਰਿਸ ਕਾਇਮ ਕਰਨੇ ਬਹੁਤ ਜ਼ਰੂਰੀ ਹੁੰਦੇ ਨੇ ਅਤੇ ਉਮਰ ਅਲ ਮੁਖਤਾਰ ਨੂੰ ਇਸ ਗੱਲ ਦਾ ਬਖੂਬੀ ਪਤਾ ਸੀ। ਇਸ ਲਈ ਜਦੋਂ ਇੱਕ ਜੰਗ ਜਿੱਤਣ ਤੋਂ ਬਾਅਦ ਉਹ ਆਪਣੇ ਕੈਂਪ ਦੇ ਵਿੱਚ ਵਾਪਸ ਪਰਤਦੇ ਨੇ ਤਾਂ ਇੱਕ ਛੋਟਾ ਬੱਚਾ, ਜਿਸ ਦਾ ਅਸੀਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ, ਉਹ ਆਪਣੀ ਮਾਂ ਦੇ ਨਾਲ ਆਪਣੇ ਪਿਤਾ ਨੂੰ ਲੱਭਦਾ ਏ ਤਾਂ ਉਹਨਾਂ ਨੂੰ ਆਪਣਾ ਘੋੜਾ ਖਾਲੀ ਵਾਪਸ ਪਰਤਿਆ ਨਜ਼ਰੀ ਆਉਂਦਾ ਏ, ਜਿਸ ਤੋਂ ਔਰਤ ਨੂੰ ਪਤਾ ਲੱਗ ਜਾਂਦਾ ਏ ਕਿ ਉਸ ਦਾ ਪਤੀ ਜੰਗ ਦੇ ਵਿੱਚ ਕੰਮ ਆ ਗਿਆ ਏ। ਪਰ ਉਹ ਤਸਦੀਕੀ ਲਈ ਉਮਰ ਅਲ ਮੁਖਤਾਰ ਕੋਲ ਆਉਂਦੀ ਹੈ ਤਾਂ ਉਮਰ ਕਹਿੰਦਾ ਏ ਕਿ ਮੈਂ ਉਸ ਦੀ ਕੇਵਲ ਕੁਰਾਨ ਹੀ ਵਾਪਸ ਲਿਆਇਆ ਹਾਂ। ਉਹ ਅਲੀ ਨੂੰ ਕਹਿੰਦਾ ਏ ਕਿ ਇਹ ਕੁਰਾਨ ਹੁਣ ਉਸ ਦੀ ਹੈ ਅਤੇ ਉਹ ਆਪਣੀ ਮਾਂ ਨੂੰ ਕਹੇ ਕਿ ਇਹ ਕੁਰਾਨ ਅਲੀ ਲਈ ਸਾਂਭ ਕੇ ਰੱਖੇ, ਭਾਵ ਆਪਣੇ ਪਿਤਾ ਵਾਲਾ ਸੰਘਰਸ਼ ਹੁਣ ਤੂੰ ਅੱਗੇ ਜਾਰੀ ਰੱਖਣਾ ਹੈ। ਮੁਖਤਾਰ ਦੀ ਸ਼ਹਾਦਤ। ਉਮਰ ਅਲ ਮੁਖਤਾਰ ਆਪਣੇ ਲੋਕਾਂ ਦੇ ਹੱਕਾਂ ਲਈ ਜ਼ਾਲਮ ਇਤਾਲਵੀ ਸਰਕਾਰ ਨਾਲ 20 ਸਾਲ ਤੱਕ ਜੂਝਿਆ, ਪਰ ਅੰਤ 11 ਸਤੰਬਰ 1931 ਨੂੰ ਉਸ ਨੂੰ ਜੰਗ ਦੇ ਮੈਦਾਨ ਦੇ ਵਿੱਚੋਂ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਇਟਲੀ ਨੇ ਉਮਰ ਅਲ ਮੁਖਤਾਰ ਦੀ ਗ੍ਰਿਫਤਾਰੀ ਨੂੰ ਬੜੀ ਵੱਡੀ ਜਿੱਤ ਦਰਸਾਇਆ ਸੀ। 3 ਦਿਨ ਉਮਰ ਮੁਖਤਾਰ ਖਿਲਾਫ ਮੁਕੱਦਮਾ ਚਲਾਇਆ ਜਾਂਦਾ ਹੈ। 14 ਸਤੰਬਰ 1931 ਨੂੰ ਅਦਾਲਤ ਉਮਰ ਅਲ ਮੁਖਤਾਰ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੰਦੀ ਹੈ। ਉਮਰ ਮੁਖਤਾਰ ਨੂੰ 16 ਸਤੰਬਰ 1931 ਨੂੰ ਲੀਬੀਆ ਦੇ ਸ਼ਹਿਰ ਬੈਨਗਾਜ਼ੀ ਦੇ ਨਜ਼ਦੀਕ ਸੋਲੂਕ-ਉਨ ਦੇ ਤਸੀਹਾ ਕੈਂਪ ਦੇ ਵਿੱਚ ਉਸ ਦੇ ਲੋਕਾਂ ਦੇ ਸਾਹਮਣੇ ਫਾਂਸੀ ਦੇ ਦਿੱਤਾ ਜਾਂਦਾ ਹੈ। ਫਿਲਮ ਦੇ ਵਿੱਚ ਉਸ ਦੀ ਫਾਂਸੀ ਦਾ ਦ੍ਰਿਸ਼ ਬਾ ਕਮਾਲ ਦਿਖਾਇਆ ਗਿਆ ਹੈ, ਜਿਸ ਦੇ ਵਿੱਚ ਸਭ ਤੋਂ ਵੱਡੀ ਤੇ ਭਾਵਕ ਗੱਲ ਇਹ ਹੈ ਕਿ ਜਦੋਂ ਉਮਰ ਮੁਖਤਾਰ ਨੂੰ ਫਾਂਸੀ ਦੇਣ ਲੱਗਦੇ ਨੇ ਤੇ ਉਹ ਕੁਰਾਨ ਦੇ ਵਿੱਚੋਂ ਕੁਝ ਆਇਤ ਪੜ੍ਹਨ ਤੋਂ ਬਾਅਦ ਛੋਟੇ ਬੱਚੇ ਅਲੀ ਵੱਲ ਵੇਖਦਾ ਹੈ ਅਤੇ ਦੋਨੇ ਇੱਕ ਦੂਜੇ ਵੱਲ ਵੇਖ ਕੇ ਹੱਸਦੇ ਨੇ। ਉਸ ਵੇਲੇ ਜਲਾਦ ਉਸ ਕੋਲੋਂ ਕੁਰਾਨ ਲੈ ਲੈਂਦਾ ਹੈ ਅਤੇ ਉਸ ਦੇ ਹੱਥ ਪਿੱਛੇ ਬੰਨ੍ਹ ਦਿੰਦਾ ਹੈ, ਪਰ ਉਮਰ ਅਲ ਮੁਖਤਾਰ ਦੀ ਐਨਕ ਉਸ ਦੇ ਹੱਥਾਂ ਦੇ ਵਿੱਚ ਰਹਿ ਜਾਂਦੀ ਹੈ। ਜਦੋਂ ਜਲਾਦ ਉਸ ਦੇ ਗਲ ਦੇ ਵਿੱਚ ਰੱਸਾ ਪਾ ਕੇ ਹੇਠੋਂ ਫੱਟਾ ਪੈਰਾਂ ਨਾਲ ਕੱਢ ਦਿੰਦੇ ਨੇ ਤਾਂ ਉਹ ਐਨਕ ਉਮਰ ਦੇ ਹੱਥੋਂ ਡਿੱਗ ਪੈਂਦੀ ਹੈ ਤੇ ਅਲੀ ਦੇਖ ਲੈਂਦਾ ਹੈ। ਜ਼ਾਲਮ ਉਸ ਵੇਲੇ ਉਮਰ ਦੀ ਦੇਹ ਨੂੰ ਲੈ ਕੇ ਚਲੇ ਜਾਂਦੇ ਨੇ ਅਤੇ ਡਿੱਗੀ ਹੋਈ ਐਨਕ ਨੂੰ ਅਲੀ ਸਾਂਭ ਲੈਂਦਾ ਹੈ, ਜੋ ਕਿ ਇੱਕ ਚਿੰਨ੍ਹ ਹੁੰਦਾ ਹੈ ਕਿ ਸੰਘਰਸ਼ ਜਾਰੀ ਰਹੇਗਾ ਆਜ਼ਾਦੀ ਮਿਲਣ ਤੱਕ। ਜਿਹਾ ਕਿ ਉਮਰ ਮੁਖਤਾਰ ਕਹਿੰਦਾ ਹੈ, ਅਸੀਂ ਅੱਲਾ ਤੋਂ ਆਏ ਹਾਂ ਅਤੇ ਅਸੀਂ ਅੱਲਾ ਕੋਲ ਹੀ ਜਾਣਾ ਹੈ। ਅਸੀਂ ਕਦੇ ਵੀ ਸਮਰਪਣ ਨਹੀਂ ਕਰਾਂਗੇ। ਅਸੀਂ ਜਿੱਤਾਂਗੇ ਜਾਂ ਮਰਾਂਗੇ। ਸਾਡਾ ਸੰਘਰਸ਼ ਚੱਲਦਾ ਰਹੇਗਾ। ਅਸੀਂ ਲੜਾਂਗੇ। ਸਾਡੀਆਂ ਅਗਲੀਆਂ ਪੀੜ੍ਹੀਆਂ ਲੜਨਗੀਆਂ ਤੇ ਉਸ ਤੋਂ ਵੀ ਅਗਲੀਆਂ ਪੀੜ੍ਹੀਆਂ ਲੜਨਗੀਆਂ। ਮੰਜ਼ਲੇ ਮਕਸੂਦ ਦੀ ਪ੍ਰਾਪਤੀ ਤੱਕ ਸੰਘਰਸ਼ ਕਰਦੀਆਂ ਰਹਿਣਗੀਆਂ। ਇਹ ਸੀ ਉਮਰ ਅਲ ਮੁਖਤਾਰ ਦੀ ਗਾਥਾ, ਜਿਸ ਦੀਆਂ ਸਿੱਖ ਸੰਘਰਸ਼ ਦੇ ਨਾਲ ਸਾਂਝਾਂ ਬਣਦੀਆਂ ਨੇ। ਉਮੀਦ ਆ ਅੱਜ ਦੇ ਇਤਿਹਾਸ ਦਾ ਐਪੀਸੋਡ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਇਸ ਨੂੰ ਅੱਗੇ ਸਾਂਝਾ ਕਰਨਾ ਨਾ ਭੁੱਲਣਾ।
ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, वाहिगुरु जी की फतेह। हम कभी हथियार नहीं डालेंगे, हम जीतेंगे या फिर मरेंगे। तुम्हें हमारी अगली पीढ़ी से लड़ना होगा और उसके बाद अगली से। जहां तक मेरा सवाल है, मैं अपने फांसी लगाने वाले से ज्यादा जीऊंगा।